सुनन चाह रहे भी हुण सूबा सरकार भी लक तोड़न च लगी है किसानां दे। ਲੱਕ ਤੋੜਨ ਚ ਨਹੀਂ ਭਾਜੀ, ਤੋੜਤਾ ਲੱਕ। ਲੀਡਰਾਂ ਦਾ ਵੀ ਕੰਮ ਇਹੀ ਹੈ ਕਿ ਜਿੱਥੇ ਕੋਈ ਦੁੱਖ ਤਕਲੀਫ ਆਉਂਦੀ ਹੈ ਉੱਥੇ ਨਹੀਂ ਖੜਨਾ, ਤੇ ਜਦੋਂ ਇਕੱਠ ਹੋ ਜਾਂਦੇ ਆ ਉਦੋਂ ਜ਼ਰੂਰ ਜਾ ਕੇ ਇਹਨਾਂ ਨੇ ਵੋਟਾਂ ਮੰਗਣੀਆਂ ਹੁੰਦੀਆਂ। ਪਤਾ ਨਹੀਂ ਇਹਨਾਂ ਦੇ ਵਿੱਚ ਹਿੱਸੇ ਪੱਤੀਆਂ ਹੁੰਦੀਆਂ ਜਾਂ ਕੀ ਹੁੰਦਾ, ਮੈਨੂੰ ਨਹੀਂ ਪਤਾ, ਪਰ ਕਿਸਾਨੀ ਦੇ ਵਿੱਚ ਸਾਡੇ ਨਾਲ ਕੋਈ ਲੀਡਰ ਨਹੀਂ ਖੜਾ ਇਸ ਵੇਲੇ। 25,000 ਕਿੱਲੇ ਦੇ ਨਾਲ 25,000 ਕਿਸਾਨ ਬੇਰੁਜ਼ਗਾਰ ਹੋ ਰਿਹਾ ਹੈ, ਜਿਨ੍ਹਾਂ ਦਾ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਸਰਕਾਰ ਨੇ। ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨੋਂ ਰਲੀਆਂ ਵੀ ਆ ਇੱਥੇ। ਇੱਕ ਪਾਸੇ ਅਸੀਂ ਦਿੱਲੀ ਲੜ ਰਹੇ ਹਾਂ, ਦੂਜੇ ਪਾਸੇ ਅਸੀਂ ਜ਼ਮੀਨਾਂ ਬਚਾ ਰਹੇ ਹਾਂ। ਜਦੋਂ ਅਸੀਂ ਸੜਕਾਂ ਤੇ ਉਤਰੇ ਹੁੰਦੇ ਹਾਂ ਫਿਰ ਅਸੀਂ ਖਾੜਕੂ, ਫਿਰ ਅਸੀਂ ਅਨਪੜ੍ਹਤਾ ਚ ਆ ਜਾਂਦੇ ਹਾਂ, ਫਿਰ ਅਸੀਂ ਉੱਥੇ ਦੰਗੇ ਕਰਦੇ ਹਾਂ, ਫਿਰ ਅਸੀਂ ਸਾਰੇ ਮਾੜੇ ਕੰਮ ਕਰਦੇ ਹਾਂ। ਪਰ ਕਰਦੇ ਕਿਉਂ ਆ, ਕਦੇ ਇਹ ਦੇਖੇ ਦੁਨੀਆ। ਜੇਕਰ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਤੋਂ ਕਾਲੀ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਵਿੱਚ ਕਾਮਯਾਬ ਰਹੀਆਂ ਤਾਂ ਵੀ ਕਿਸਾਨ ਬਹੁਤਾ ਖੁਸ਼ ਨਾ ਹੋਣ, ਕਿਉਂਕਿ ਸੂਬਾ ਸਰਕਾਰ ਨੇ ਵੀ ਤਿਆਰੀ ਕੀਤੀ ਹੈ ਤੁਹਾਡਾ ਲੱਕ ਤੋੜਨ ਦੀ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅਸੀਂ ਕੁਝ ਕਹੀਏ, ਬਿਹਤਰ ਹੈ ਕਿ ਸਾਡੇ ਨਾਲ ਪੰਜਾਬ ਰੋਡ ਸੰਘਰਸ਼ ਕਮੇਟੀ ਦੇ ਮੈਂਬਰ ਸਾਹਿਬਾਨ ਮੌਜੂਦ ਨੇ। ਗੱਲਬਾਤ ਕਰਾਂਗੇ ਤੇ ਪੁੱਛਾਂਗੇ आखिर मसला की है। सत श्री अकाल सर की मसला है? सुनन चाह रहे भी हुण सूबा सरकार भी लक तोड़न च लगी है किसानां दे। ਲੱਕ ਤੋੜਨ ਚ ਨਹੀਂ ਭਾਜੀ, ਤੋੜਤਾ ਲੱਕ। ਤਾਂ ਸਾਡੇ ਕੋਲ ਅਵਾਰਡ ਪਏ ਆ, ਜਿਹੜੀਆਂ ਜ਼ਮੀਨਾਂ ਦਾ 1.5 ਕਰੋੜ ਰੁਪਈਆ ਪਹਿਲਾਂ ਦਿੱਤਾ ਗਿਆ 4 ਸਾਲ ਪਹਿਲਾਂ, ਉਹਨਾਂ ਜ਼ਮੀਨਾਂ ਦਾ ਜਿਹੜਾ ਰੇਟ ਹੈ ਹੁਣ 9 ਲੱਖ 8 ਲੱਖ 6 ਲੱਖ, ਤੇ ਮਤਲਬ ਇਸ ਵੇਲੇ ਜਿਹੜਾ ਕਿਸਾਨਾਂ ਨੂੰ ਸਰਕਾਰ ਪੂਰਾ ਮਾਰਨ ਨੂੰ ਤੁਲੀ ਪਈ ਹੈ। ਤੁਹਾਡਾ ਇਲਾਕਾ ਕਿਹੜਾ ਹੈ? ਮੈਂ ਸੰਗਰੂਰ ਤੋਂ ਹਾਂ, ਕੋਆਰਡੀਨੇਟਰ ਹਾਂ ਸੰਘਰਸ਼ ਕਮੇਟੀ ਦਾ ਜੀ। ਤੁਹਾਡੀ ਜ਼ਮੀਨਾਂ ਦੇ ਵੀ ਅਸੀਂ 8 ਲੱਖ 9 ਲੱਖ ਰੇਟ ਪਾ ਰਹੇ ਨੇ। ਬਿਲਕੁਲ ਕਲੈਕਟਰ ਰੇਟ ਦੇ ਹਿਸਾਬ ਨਾਲ ਸਾਨੂੰ ਪੈਸੇ ਦੇ ਰਹੇ ਆ। ਕਿਤੇ ਐਂ ਤਾਂ ਨਹੀਂ ਭਗਵੰਤ ਮਾਨ ਸਾਹਿਬ ਨੇ ਸੰਗਰੂਰ ਦੇ ਵਿੱਚ ਮਹਿੰਗਾਈ ਘਟਾਤੀ ਹੋਵੇ ਤਾਂ ਰੇਟ ਘੱਟ ਮਿਲ ਰਹੇ ਹੁਣ ਤੁਹਾਨੂੰ? ਨਹੀਂ ਜੀ, ਇਸ ਵੇਲੇ ਤਾਂ ਭਗਵੰਤ ਮਾਨ ਸਾਹਿਬ ਵੀ ਨਹੀਂ ਬੋਲ ਰਹੇ ਸਾਡੇ ਹੱਕ 'ਚ। ਮੈਂ ਸਿੱਧੀ ਜੀ ਗੱਲ ਦੱਸਾਂ, ਲੀਡਰਾਂ ਦਾ ਵੀ ਕੰਮ ਇਹੀ ਹੈ ਕਿ ਜਿੱਥੇ ਕੋਈ ਦੁੱਖ ਤਕਲੀਫ ਆਉਂਦੀ ਹੈ ਉੱਥੇ ਨਹੀਂ ਖੜਨਾ, ਤੇ ਜਦੋਂ ਇਕੱਠ ਹੋ ਜਾਂਦੇ ਆ ਉਦੋਂ ਜ਼ਰੂਰ ਜਾ ਕੇ ਇਹਨਾਂ ਨੇ ਵੋਟਾਂ ਮੰਗਣੀਆਂ ਹੁੰਦੀਆਂ। ਹੋਰ ਅਸੀਂ ਤਾਂ ਸਾਰੇ ਲੀਡਰਾਂ ਨੂੰ ਦੇਖ ਲਿਆ, ਸਾਰਿਆਂ ਨੇ, ਪਤਾ ਨਹੀਂ ਇਹਨਾਂ ਦੇ ਵਿੱਚ ਹਿੱਸੇ ਪੱਤੀਆਂ ਹੁੰਦੀਆਂ ਜਾਂ ਕੀ ਹੁੰਦਾ, ਮੈਨੂੰ ਨਹੀਂ ਪਤਾ, ਪਰ ਕਿਸਾਨੀ ਦੇ ਵਿੱਚ ਸਾਡੇ ਨਾਲ ਕੋਈ ਲੀਡਰ ਨਹੀਂ ਖੜਾ ਇਸ ਵੇਲੇ। ਮਾਮਲਾ ਕੀ ਹੈ? ਕਿਹੜਾ ਹਾਈਵੇ ਜਿਹੜਾ ਹੈ ਬਣਾਉਣ ਜਾ ਰਹੀ ਹੈ ਤੇ ਜ਼ਮੀਨਾਂ ਐਕਵਾਇਰ ਕਰਨ ਦੀ ਗੱਲ ਹੋ ਰਹੀ ਹੈ? ਜਿਹੜੀਆਂ ਰੋਡਸ ਹੈ ਨਾ ਜੀ, ਜਿੰਨੀਆਂ ਵੀ ਪੰਜਾਬ ਦੇ ਵਿੱਚ ਰੋਡਸ ਹੈ, ਜਿਵੇਂ ਕਟੜਾ ਐਕਸਪ੍ਰੈਸ ਹੋ ਗਿਆ, ਜਾਮਨਗਰ ਐਕਸਪ੍ਰੈਸ ਆਪਣਾ ਅੰਮ੍ਰਿਤਸਰ ਨਾਲ ਅਟੈਚ ਹੋ ਗਿਆ, ਲੁਧਿਆਣਾ ਬਾਈਪਾਸ ਹੋ ਗਿਆ, ਜਲੰਧਰ ਬਾਈਪਾਸ ਹੋ ਗਿਆ, ਤਕਰੀਬਨ 25,000 ਕਿੱਲਾ ਸਾਡਾ ਜਿਹੜਾ ਪੰਜਾਬ ਦਾ ਜਾ ਰਿਹਾ ਹੈ। ਤੇ ਜਿਹੜਾ 25,000 ਕਿੱਲੇ ਦੇ ਨਾਲ 25,000 ਕਿਸਾਨ ਬੇਰੁਜ਼ਗਾਰ ਹੋ ਰਿਹਾ ਹੈ, ਜਿਨ੍ਹਾਂ ਦਾ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਸਰਕਾਰ ਨੇ, ਉਹਨਾਂ ਦਾ ਤਕਸੀਮਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ। 25 ਸਾਲ ਦੇ ਕਾਬਜ ਬੈਠੇ ਤੇ ਪੈਸੇ ਪਤਾ ਨਹੀਂ 10 ਬੰਦਿਆਂ ਨੂੰ ਦੇ ਦੇਣੇ, ਪਤਾ ਨਹੀਂ 15 ਬੰਦੇ ਜਿਨ੍ਹਾਂ ਦੇ ਨਾਂ ਹਿੱਸਾ ਬੋਲਦਾ ਕਿ ਕੋਰਟ ਕਚਹਿਰੀਆਂ 'ਚ ਕਿਸਾਨ ਰੁਲਣ। ਜਿਹੜਾ ਪੰਜਾਬ ਦੇ ਹਾਲਾਤ ਆਉਣ ਵਾਲੇ ਇੰਨੇ ਕੁ ਬੱਤਰ ਕਰਨ ਲਈ ਤਿਆਰ ਹੋਈ ਖੜੀ ਹੈ ਸਰਕਾਰ। ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨੋਂ ਰਲੀਆਂ ਵੀ ਆ ਇੱਥੇ। ਇੱਕ ਪਾਸੇ ਅਸੀਂ ਦਿੱਲੀ ਲੜ ਰਹੇ ਹਾਂ, ਦੂਜੇ ਪਾਸੇ ਅਸੀਂ ਜ਼ਮੀਨਾਂ ਬਚਾ ਰਹੇ ਹਾਂ। ਕਦੇ ਅਸੀਂ ਦਿੱਲੀ ਭੱਜਦੇ ਹਾਂ ਤੇ ਕਦੇ ਅਸੀਂ ਇਹਨਾਂ ਦਾ ਜਿਹੜਾ ਐਸਡੀਮਾਂ ਦਾ ਫਰਮਾਨ ਹੁੰਦਾ ਉਹਦੇ ਤੇ ਅਸੀਂ ਇੱਥੇ ਪੇਸ਼ੀਆਂ ਭੁਗਤ ਰਹੇ ਹਾਂ। ਤੇ ਜਿਹੜਾ ਸਾਡਾ ਹਾਲਾਤ ਹੈ ਇਸ ਵੇਲੇ ਸਾਡਾ ਬਹੁਤ ਮਾੜਾ ਹੈ, ਤੇ ਅਸੀਂ ਪ੍ਰੈਸ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਕੈਪਟਨ ਸਾਹਿਬ, ਤੁਹਾਡਾ ਕਿਸਾਨ ਜਿਹੜੇ ਤੁਸੀਂ ਹੱਕ ਦੇ ਵਿੱਚ ਟੈਲੀਵਿਜ਼ਨ ਤੇ ਬੋਲਦੇ ਹੋ ਉਹ ਤੜਫ ਰਿਹਾ। 3 ਮਹੀਨਿਆਂ ਤੋਂ ਅਸੀਂ ਸੰਗਰੂਰ ਧਰਨੇ ਤੇ ਬੈਠੇ ਹਾਂ, 3 ਮਹੀਨਿਆਂ ਤੋਂ ਸੜਕ ਤੇ ਬੈਠੇ ਹਾਂ, ਤੇ ਸੜਕ ਤੇ ਬੈਠਣਾ ਬਹੁਤ ਔਖਾ। ਤੁਸੀਂ ਠੰਡ 'ਚ ਬੈਠੇ ਸੀ ਅਸੀਂ, ਤੇ ਹੁਣ ਧੁੱਪਾਂ ਆ ਗਈਆਂ। ਸਾਡੇ ਨੂੰ ਕਦੇ ਕਿਸੇ ਪ੍ਰਸ਼ਾਸਨ ਨੇ ਆ ਕੇ ਨਹੀਂ ਪੁੱਛਿਆ ਵੀ ਤੁਸੀਂ ਇੱਥੇ ਸੜਕ ਤੇ ਕਿਉਂ ਬੈਠੇ ਹੋ। ਰੋਜ਼ 400 500 ਕਿਸਾਨ ਉੱਥੇ ਬੈਠ ਰਹੇ ਆ। ਸੇਮ ਪਟਿਆਲੇ ਅਸੀਂ ਧਰਨਾ ਦੇ ਰਹੇ ਹਾਂ, ਪਰ ਮਤਲਬ ਹੀ ਨਹੀਂ। ਜਦੋਂ ਅਸੀਂ ਸੜਕਾਂ ਤੇ ਉਤਰੇ ਹੁੰਦੇ ਹਾਂ ਫਿਰ ਅਸੀਂ ਖਾੜਕੂ, ਫਿਰ ਅਸੀਂ ਅਨਪੜ੍ਹਤਾ ਚ ਆ ਜਾਂਦੇ ਹਾਂ, ਫਿਰ ਅਸੀਂ ਉੱਥੇ ਦੰਗੇ ਕਰਦੇ ਹਾਂ, ਫਿਰ ਅਸੀਂ ਸਾਰੇ ਮਾੜੇ ਕੰਮ ਕਰਦੇ ਹਾਂ। ਪਰ ਕਰਦੇ ਕਿਉਂ ਆ, ਕਦੇ ਇਹ ਦੇਖੇ ਦੁਨੀਆ। ਜਿਹੜੀਆਂ ਸਰਕਾਰਾਂ ਬਿਲਕੁਲ ਰਲੀਆਂ ਵੀ ਆ। ਜਿਹੜੇ ਪ੍ਰੋਜੈਕਟ ਹੈ, ਜਿੰਨੇ ਪ੍ਰੋਜੈਕਟ ਹੈ, ਇਹ ਬਿਊਰੋਕਰੇਟਸ ਨੇ ਤੇ ਅਡਾਨੀ ਅੰਬਾਨੀਆਂ ਨੇ, ਸਾਰਿਆਂ ਨੇ ਕੈਪਚਰ ਕੀਤੇ ਹੋਏ ਆ। ਇਹਨਾਂ ਨੇ ਰਲ ਕੇ ਜਿਹੜਾ ਸਾਨੂੰ ਲੁੱਟਣ ਦੀ ਤਿਆਰੀ ਕੀਤੀ ਵੀ ਹੈ। ਤੇ ਅਸੀਂ ਜਿਹੜੇ ਕਿਸਾਨ ਆ, ਹੁਣ ਘੱਟੋ ਘੱਟ ਅਸੀਂ 12 ਜ਼ਿਲ੍ਹਿਆਂ ਦੇ ਇਕੱਠੇ ਹੋਏ ਵੇ ਆ, ਤੇ ਅਸੀਂ ਸਰਕਾਰ ਨੂੰ ਇੱਕ ਚੇਤਾਵਨੀ ਦਿੰਦੇ ਆ ਕਿ ਹੁਣ ਅਸੀਂ ਭੁੱਖੇ ਨਹੀਂ ਮਰਦੇ। ਜੇ ਸਰਕਾਰ ਸੋਚਦੀ ਹੈ ਨਾ ਸਾਨੂੰ ਭੁੱਖੇ ਮਾਰ ਦੂਗੀ, ਹੁਣ ਅਸੀਂ ਭੁੱਖੇ ਨਹੀਂ ਮਰਦੇ, ਹੁਣ ਅਸੀਂ ਲੜ ਕੇ ਮਰਾਂਗੇ। 1 ਇੰਚ ਜ਼ਮੀਨ ਨਹੀਂ ਦਿੰਦੇ ਜਿੰਨਾ ਚਿਰ ਸਾਨੂੰ ਹੱਕ ਨਹੀਂ ਮਿਲਦੇ। ਬਿਲਕੁਲ, ਸਮੇਂ ਦੇ ਨਾਲ ਇਨਫਲੇਸ਼ਨ ਵੱਧਦੀ ਹੈ, ਮਹਿੰਗਾਈ ਵੱਧਦੀ ਹੈ, ਪਰ ਸਰਕਾਰ ਨੇ ਕਰੋੜਾਂ ਦੀ ਜਿਹੜੀ ਜ਼ਮੀਨ ਸੀ ਹੁਣ ਲੱਖਾਂ ਦੇ ਭਾਅ ਜਿਹੜੀ ਵੇਚਣ ਦੀ ਤਿਆਰੀ ਕੀਤੀ ਹੈ। ਤੇ ਸਰਕਾਰ ਨੂੰ ਨਹੀਂ ਪਤਾ ਇਨਫਲੇਸ਼ਨ ਵਧੀ ਹੈ। ਕਾਂਗਰਸ ਵਾਲੇ ਵੀ, ਕਾਂਗਰਸ ਸਰਕਾਰ ਵੀ ਮਹਿੰਗਾਈ ਦੇ ਖਿਲਾਫ ਜਾਖੜ ਸਾਹਿਬ ਨੇ MLA ਹੋਸਟਲ ਪ੍ਰੋਟੈਸਟ ਕੀਤਾ ਹੈ, ਪਰ ਉਹਨਾਂ ਨੂੰ ਇਹ ਮਹਿੰਗਾਈ ਨਹੀਂ ਦਿਖਦੀ ਵੀ ਅਸੀਂ ਕਿਸਾਨਾਂ ਨਾਲ ਵੀ ਧੱਕਾ ਕਰ ਰਹੇ ਹਾਂ। ਠਾਕੁਰ ਸਾਹਿਬ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਕਹਿਣਾ ਚਾਹੁੰਦਾ
ਕਿ ਜੇਕਰ ਇਹਨਾਂ ਸਰਕਾਰਾਂ ਦੀ, ਮੋਦੀ ਸਾਹਿਬ ਦੀ ਤੇ ਮੋਦੀ ਸਾਹਿਬ ਦੀ ਕੈਬਨਿਟ ਦੀ, ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਉਹਦੀ ਕੈਬਨਿਟ ਦੀ ਜਾਂ IAS ਅਫਸਰਾਂ ਦੀ, ਜੋ ਵੀ ਇਹਨਾਂ ਦੀ ਲੌਬੀ ਹੈ, ਉਹਨਾਂ ਦੀ ਤਨਖਾਹ ਜੋ ਪਿੱਛੇ ਮਿਲ ਰਹੀ ਸੀ ਉਹਨੂੰ 25% ਕਰ ਦਿੱਤਾ ਜਾਵੇ। ਕੀ ਇਹ 25% ਤਨਖਾਹ ਲੈ ਲੈਣਗੇ? ਇਹਦਾ ਮਤਲਬ ਇਹੀ ਹੈ ਵੀ ਸਾਡੇ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਆ। ਇੱਕ ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੈ ਵੀ ਸਾਡੇ ਪੰਜਾਬ ਦੇ ਵਿੱਚ ਔਸਤ ਜੋ ਕਿਸਾਨਾਂ ਦੀ ਜ਼ਮੀਨ ਦੀ ਰਹਿ ਗਈ ਉਹ 5 ਤੋਂ 6 ਏਕੜ, ਕਿਸਾਨ ਦੇ 80% ਕਿਸਾਨ 5 ਤੋਂ 6 ਏਕੜ ਵਾਲਾ, ਜਿਹਦੇ ਵਿੱਚ ਦੀ ਰੋਡ ਨਿਕਲ ਜਾਂਦੀ ਹੈ। 10 ਕਰਮਾ ਉੱਧਰ ਵੱਜਦੀ, 10 ਉੱਧਰ ਵੱਜਦੀ ਹੈ। ਦੱਸੋ ਇਹਨਾਂ ਨੇ ਜੇ 8-9 ਲੱਖ ਦੇ ਹਿਸਾਬ ਨਾਲ ਉਹਨੂੰ 20 ਲੱਖ ਮਿਲਿਆ, ਹਰ 5-6 ਏਕੜ ਵਾਲਾ ਕਿਸਾਨ ਹੈ ਜਿਹੜਾ ਉਹਦੇ ਤੇ 10 ਤੋਂ 15 ਲੱਖ ਰੁਪਇਆ ਨਾਰਮਲ ਇੱਕ ਕਰਜ਼ਾ ਬੈਂਕ ਦਾ ਹੈ। ਉਹ ਪੈਸੇ ਤਾਂ ਬੈਂਕ ਲੈ ਜਾਣੇ, ਕਿਸਾਨ ਰੋਟੀ ਖਵਾਉਣ ਤੋਂ ਮੁਹਤਾਜ ਹੋ ਜਾਊਗਾ। ਇਹ ਹਾਲਾਤ ਨੇ ਜੀ ਪੰਜਾਬ ਸਰਕਾਰ ਦੇ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਜੋ ਸਾਡੇ ਕਲੈਕਟਰ ਰੇਟ ਇਹਨਾਂ ਨੇ ਡਾਊਨ ਕੀਤੇ ਉਹਨੂੰ ਉੱਪਰ ਕਰਨ, ਔਰ ਜੋ ਸਾਡੇ ਕਿਸਾਨਾਂ ਦਾ ਇੰਨਾ ਉਜਾੜਾ ਹੋ ਰਿਹਾ, ਸਾਡੇ ਪਰਿਵਾਰਾਂ ਦਾ ਉਜਾੜਾ ਕਰਨ ਜਾ ਰਹੇ, ਸਾਡੇ ਜੱਦੀ ਪੁਰਖੀ, ਸਾਡੇ ਦਾਦੇ ਪੜਦਾਦਿਆਂ ਨੇ ਹੱਥੀਂ ਹਲਵਾ ਕੇ ਜੋ ਸਾਡੀਆਂ ਜੱਦੀ ਪੁਰਖੀ ਜ਼ਮੀਨਾਂ ਬਣਾਈਆਂ ਨੇ, ਉਹਨਾਂ ਨੂੰ ਇਹ ਉਜਾੜਨ ਵਾਲੇ ਪਾਸੇ ਜਾ ਰਿਹਾ। ਸਰ ਤੁਹਾਨੂੰ ਲੱਗਦਾ ਨਹੀਂ ਵੀ ਪਹਿਲਾਂ ਇਹਨਾਂ ਨੂੰ ਆਪਣੇ ਜਿਹੜੇ ਭੱਤੇ ਨੇ 117 MLA ਨੇ, ਇਹ 117 ਆਪਣੇ ਦਾ ਕਟੌਤੀ ਨਹੀਂ ਕਰਾਉਂਦੇ ਆਪਣੀ ਤਨਖਾਹ ਦੇ ਵਿੱਚ ਜਾਂ ਭੱਤਿਆਂ ਦੇ ਵਿੱਚ, ਪਰ ਕਿਸਾਨਾਂ ਵਾਲੇ ਪਾਸੇ ਨੂੰ ਤੁਰ ਪਏ? ਬਿਲਕੁਲ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਅੱਜ ਜਿੱਦਾਂ ਇਹਨਾਂ ਨੇ ਸਾਨੂੰ ਪਿਛਲੇ ਸਮੇਂ ਦੇ ਵਿੱਚ 1.5 ਕਰੋੜ ਰੁਪਈਆ ਖੇਤ ਦਾ ਮੁਆਵਜ਼ਾ ਦਿੱਤਾ ਸੀ, ਜਿੰਨੀ ਮਹਿੰਗਾਈ ਵਧੀ ਆ ਉਹਦੇ ਹਿਸਾਬ ਨਾਲ ਅੱਜ ਦੀ ਡੇਟ ਦੇ ਵਿੱਚ ਇਹ 2-3 ਗੁਣਾ ਜ਼ਿਆਦਾ ਹੋਣਾ ਚਾਹੀਦਾ ਸੀ, ਪਰ ਸਰਕਾਰਾਂ ਉਲਟ ਪਾਸੇ ਜਾ ਰਹੀਆਂ। ਇਹ ਕਾਨੂੰਨ ਦਾ ਸਹਾਰਾ ਲੈ ਕੇ ਸਾਨੂੰ ਕਾਨੂੰਨ ਦੇ ਸਹਾਰੇ ਦੇ ਨਾਲ ਹੀ ਮਾਰ ਰਹੇ ਆ, ਕਿਉਂਕਿ ਇਹ ਆਪਣੇ ਆਪ ਨੂੰ ਗਲਤ ਸਾਬਤ ਨਹੀਂ ਹੋਣ ਦੇ ਰਹੇ। ਇਹ ਸਾਨੂੰ ਜਦੋਂ ਇਹਨਾਂ ਨਾਲ ਮੀਟਿੰਗ ਹੁੰਦੀ ਹੈ ਤਾਂ ਦੁਹਾਈ ਪਾਉਂਦੇ ਆ ਕਿ ਸਾਨੂੰ ਕਾਨੂੰਨ ਆਹ ਕਹਿੰਦਾ ਹੈ, ਕਾਨੂੰਨ ਕਹਿੰਦਾ ਕਿ ਕਲੈਕਟਰ ਰੇਟ ਦੇ ਨਾਲ ਤੁਹਾਡਾ ਅਸੀਂ ਪ੍ਰਾਈਸ ਜਿਹੜੀ ਆ ਮਾਰਕੀਟ ਪ੍ਰਾਈਸ ਤੈਅ ਕਰਾਂਗੇ, ਜਦ ਕਿ ਇਹਨਾਂ ਨੇ ਬੜੀ ਸਾਜ਼ਿਸ਼ ਦੇ ਤਹਿਤ ਪਹਿਲਾਂ ਕਲੈਕਟਰ ਰੇਟ ਜਿਹੜੇ ਆ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਅੱਜ ਤੋਂ 8-10 ਸਾਲ ਪਹਿਲਾਂ ਸੀਗੇ ਉਹਨਾਂ ਨਾਲੋਂ ਅੱਧ ਤੋਂ ਵੀ ਥੱਲੇ ਕਰ ਦਿੱਤੇ। ਜ਼ਮੀਨਾਂ ਦੀ ਕੀਮਤ ਵੱਧ ਗਈ, ਕਲੈਕਟਰ ਰੇਟ ਇਹਨਾਂ ਨੇ ਘਟਾ ਦਿੱਤੇ। ਅੱਜ ਇਹ ਉਹਦੇ ਨਾਲ ਜਦੋਂ ਸਾਨੂੰ ਮੁਆਵਜ਼ਾ ਦੇ ਰਿਹਾ ਤਾਂ ਉਹਦੇ ਵਿੱਚ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ, ਬੇਇਨਸਾਫੀ ਹੋ ਰਹੀ ਆ ਤੇ ਸਾਨੂੰ ਬਹੁਤ ਧੱਕਾ ਲੱਗ ਰਿਹਾ। ਔਰ ਇਹ ਕਾਨੂੰਨ ਦਾ ਸਹਾਰਾ ਦੇ ਕੇ, ਕਾਨੂੰਨ ਦੀ ਦਹਾਈ ਮਤਲਬ ਪਾ ਕੇ ਹੀ ਸਾਨੂੰ ਲੁੱਟਣ ਦੇ ਵਿੱਚ ਲੱਗੇ ਹੋਏ। ਇਹ ਕਿਹੜਾ ਕਾਨੂੰਨ ਕਹਿੰਦਾ ਹੈ ਵੀ ਤੁਸੀਂ ਬੇਸ਼ੱਕ ਜ਼ਮੀਨਾਂ ਦੇ ਰੇਟ ਵੱਧ ਰਹੇ ਨੇ ਪਰ ਕਲੈਕਟਰ ਰੇਟ ਤੁਸੀਂ ਘੱਟ ਕਰ ਦਿਓ? ਮੈਂ ਤਾਂ ਹੈਰਾਨ ਇਸੇ ਗੱਲ ਤੇ ਆ, ਜਦੋਂ ਵੀ ਕੋਈ ਕਾਨੂੰਨ ਬਣਦਾ ਤਾਂ ਬਿਹਤਰੀ ਲਈ ਬਣਦਾ। ਕਦੇ ਕਾਨੂੰਨ ਇਹਨਾਂ ਨੇ ਆਪਦੇ ਲਈ ਕਿਉਂ ਨਾ ਬਣਾਇਆ ਵੀ ਅਸੀਂ ਤਨਖਾਹ ਘਟਾਉਣ ਲਈ ਕੋਈ ਕਾਨੂੰਨ ਬਣਾ ਰਹੇ ਆ? ਇਹ ਕਿਸਾਨਾਂ ਨੂੰ ਮਾਰਨ ਲਈ ਇਹਨਾਂ ਨੂੰ ਐਂ ਲੱਗਦਾ ਪਤਾ ਨਹੀਂ ਇਹ ਜਿਹੜੀਆਂ ਜ਼ਮੀਨਾਂ ਸਾਡੀਆਂ ਮੁਫਤ 'ਚ ਬਣੀਆਂ ਹੋਈਆਂ, ਜਿਹੜੀ ਇਹਨਾਂ ਦੀ ਮੰਸ਼ ਹੈ, ਕਿਉਂਕਿ ਜਿਹੜੇ ਠੇਕੇਦਾਰ ਹੈ ਉਹਨਾਂ ਨੂੰ ਇੰਕਰੀਜ਼ ਕਰੀ ਜਾਂਦੇ ਆ, ਉਹਨਾਂ ਦੇ ਕਮਿਸ਼ਨ ਇੰਕਰੀਜ਼ ਕਰੀ ਜਾਂਦੇ ਆ, ਉੱਥੇ ਹਿੱਸੇ ਆਉਂਦੇ ਤੇ ਅਸੀਂ ਹਿੱਸੇ ਨਹੀਂ ਨਾ ਦੇ ਸਕਦੇ। ਅਸੀਂ ਤਾਂ ਗਰੀਬ ਕਿਸਾਨ ਹੈ, ਅਸੀਂ ਤਾਂ ਆਪਣੇ ਕਰਜ਼ੇ ਤੇ ਆਪਣੇ ਬੱਚੇ ਪੜਾਉਣਾ ਚਾਹੁੰਦੇ ਸੀਗੇ ਕਿ ਸਾਡੇ ਕੋਲ ਚਲੋ ਜ਼ਮੀਨ ਜ਼ਿਆਦਾ ਤਾਂ ਹੋਰ ਸਾਡੇ ਕੋਲ ਨੌਕਰੀਆਂ ਤਾਂ ਕਦੇ ਸਰਕਾਰ ਨੇ ਦੇਣੀਆਂ ਨਹੀਂ ਹੈਗੀਆਂ, ਤੇ ਸਾਡੀ ਇਹ ਨੌਕਰੀ ਹੈ ਇੱਕ ਤਰ੍ਹਾਂ ਨਾਲ। ਤੇ ਇਹਦੇ ਤੇ ਜਿਹੜਾ ਕੱਟ ਹੈ ਕਾਨੂੰਨ ਦਾ ਸਹਾਰਾ ਲੈ ਕੇ ਪਹਿਲੀ ਵਾਰੀ ਇਹੋ ਜਿਹਾ ਕਾਨੂੰਨ ਦੇਖ ਰਹੇ ਆ ਜਿਹੜਾ ਕਿ ਕਿਸਾਨਾਂ ਨੂੰ ਮਾਰਨ ਲਈ, ਤੇ ਇਹ ਜਿਹੜੇ ਦਿੱਲੀ ਲੜਾਈ ਲੜ ਰਹੇ ਅਸੀਂ ਸਹੀ ਲੜ ਰਹੇ ਹਾਂ, ਉਹ ਵੀ ਮਾਰਨ ਲਈ ਤੇ ਆਹ ਵੀ ਮਾਰਨ ਲਈ। ਇਹ ਕਾਨੂੰਨ ਮਾਰਨ ਲਈ ਤਿਆਰ ਕਰਨ ਲਈ ਆਇਆ ਮੋਦੀ। ਤੇ ਠੀਕ ਹੈ, ਜੇ ਮੋਦੀ ਦੀ ਇਹ ਮਨਸ਼ਾ ਨਾ ਤਾਂ ਗੁਰੂ ਮਹਾਰਾਜ ਪਰਮਾਤਮਾ ਦੇਖਦਾ ਤੇ ਬਖਸ਼ਦਾ ਪਰਮਾਤਮਾ ਇਹਨੂੰ ਵੀ ਨਹੀਂ ਫਿਰ ਹੁਣ। ਇਹ ਮੋਗੇ ਵਾਲੇ ਪਾਸੇ ਵੀ ਪਹਿਲਾਂ ਆਇਆ ਸੀ ਮੇਰੇ ਖਿਆਲ 'ਚ, ਹਾਈਵੇ ਦਾ ਕੋਈ ਰੌਲਾ ਸਾਹਮਣੇ ਆਇਆ ਸੀ, ਸਕੈਮ ਬਈ ਸਸਤੇ ਭਾਅ ਜ਼ਮੀਨਾਂ ਖਰੀਦ ਕੇ ਆਪਣੇ ਚਾਹਵਾਨਾਂ ਨੂੰ ਵੇਚਤੀਆਂ, ਫਿਰ ਉਹਨਾਂ ਨੇ ਅੱਗੇ ਮਹਿੰਗੇ ਭਾਅ 'ਤੇ ਵੇਚੀਆਂ ਨੇ। ਬਿਲਕੁਲ ਉਹ ਸਕੈਮ ਅਜੇ ਵੀ ਅੰਡਰ ਪ੍ਰੋਸੈਸ ਇਹਨਾਂ ਦਾ ਚੱਲਦਾ। ਉਹਦੀ ਜਿਹੜੀ ਇਨਕੁਆਇਰੀ ਲੱਗੀ ਹੋਈ ਹੈ, ਇੱਥੇ ਕੋਈ IAS ਅਫਸਰ ਕਰ ਰਹੇ ਹੈਗੇ ਆ। ਪਹਿਲਾਂ ਡਿਸਟ੍ਰਿਕਟ ਕਲੈਕਟਰ ਜਿਹੜੇ DC ਸਾਹਿਬ ਹੁੰਦੇ ਉਹਨਾਂ ਕੋਲ ਲੱਗੀ ਸੀ, ਉੱਥੋਂ ਚੇਂਜ ਹੋ ਕੇ ਇੱਥੇ ਆ ਗਈ, ਕਿਉਂਕਿ DC ਸਾਹਿਬ ਜੋ ਸਾਡੇ ਉੱਥੇ ਸ਼ੁਰੂ ਤੋਂ ਲੱਗੇ ਹੋਏ ਉਹ ਬਿਲਕੁਲ ਨਿਰਪੱਖ ਚੱਲਦੇ ਹੈਗੇ ਆ। ਉਹਨੂੰ ਪ੍ਰੋਪਰ ਰੋਕਿਆ ਗਿਆ, ਉਹਦਾ 3A ਹੋ ਚੁੱਕਾ, 3D ਵੀ ਹੋ ਚੁੱਕਾ, ਪਰ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਜਿਹੜਾ ਅਵਾਰਡ ਕਰਨਾ ਸੀ ਉਹ ਰੋਕ ਦਿੱਤਾ ਗਿਆ ਜਿੰਨਾ ਚਿਰ ਉਹ ਇਨਵੈਸਟੀਗੇਸ਼ਨ ਪੈਂਡਿੰਗ ਹੈਗੀ ਆ। ਔਰ ਇਸ ਤੋਂ ਪਹਿਲਾਂ ਜਿਹੜਾ ਸਾਡਾ ਮੋਗਾ ਤੋਂ ਜਲੰਧਰ ਹਾਈਵੇ ਰੋਡ ਨਿਕਲਿਆ ਉਹਦੇ ਤੇ ਵੀ ਤਕਰੀਬਨ ਇਹਨਾਂ ਨੇ 1.5 ਕਰੋੜ ਪੌਣੇ 2 ਕਰੋੜ ਪਰ ਏਕੜ ਦੇ ਹਿਸਾਬ ਨਾਲ ਇਹਨਾਂ ਨੇ ਸਾਨੂੰ ਦਿੱਤਾ। ਅੱਜ ਦੀ ਡੇਟ ਦੇ ਵਿੱਚ ਬਿਲਕੁਲ ਹੀ ਇਹ ਡਾਊਨ ਦੇ ਵਿੱਚ ਜਿਵੇਂ ਸਾਡੇ ਕੋਆਰਡੀਨੇਟਰ ਨੇ ਹਰਮਨਪ੍ਰੀਤ ਜੀ, ਇਹਨਾਂ ਨੇ ਸਾਨੂੰ ਦੱਸਿਆ, ਇਹਨਾਂ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਬਿਲਕੁਲ ਡਾਊਨ ਦੇ ਵਿੱਚ ਲਿਆ ਕੇ ਜਿਹੜੀ 9-10 ਲੱਖ ਰੁਪਏ ਦਾ ਰੇਟ ਸੀ ਕਲੈਕਟਰ ਰੇਟ, ਉਹਨੂੰ ਥੱਲੇ ਲੈ ਆਂਦਾ। ਸਿਰਫ ਇਹੀ ਪ੍ਰਪੋਜ਼ਲ ਪੰਜਾਬ ਸਰਕਾਰ ਤਿਆਰ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਵੀ ਲੈਂਡ ਰਿਕਵਾਇਰ ਕਰਨੀ ਹੋਈ ਪੰਜਾਬ ਦੇ ਵਿੱਚ ਤਾਂ ਜਦੋਂ ਸਾਨੂੰ ਇੰਨੇ ਪੈਸੇ ਨਾ ਭਰ ਦੇਣਗੇ, ਜਿਵੇਂ ਲੋਕਾਂ ਦੇ ਵਿੱਚ ਆਮ ਹੀ ਕਹਿੰਦੇ ਸਾਡਾ ਤਾਂ 4 ਸਾਲ ਹੋ ਗਏ, ਖਜ਼ਾਨਾ ਹੀ ਖਾਲੀ, ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ। ਖਜ਼ਾਨਾ ਖਾਲੀ ਹੈ, ਖਜ਼ਾਨਾ ਮੰਤਰੀ ਪਤਾ ਨਹੀਂ ਇਹਨਾਂ ਨੇ ਕਿਉਂ ਲਾਇਆ ਫਿਰ, ਜੇ ਖਜ਼ਾਨਾ ਹੈ ਹੀ ਖਾਲੀ ਉਹ ਕਿਹਦੀ ਰਾਖੀ ਨੂੰ ਬੈਠਾ ਹੈ? ਸਰ ਹੁਣ ਤੁਸੀਂ ਡਿਮਾਂਡ ਕੀ ਕਰਦੇ ਹੋ ਸਰਕਾਰ ਤੋਂ? ਕੈਪਟਨ ਸਾਹਿਬ ਨਾਲ ਮਿਲਣ ਦੀ ਜਾਂ ਟਾਈਮ ਲੈਣ ਦੀ ਕੋਸ਼ਿਸ਼ ਕੀਤੀ ਇਸ ਮਸਲੇ ਤੇ? ਕੈਪਟਨ ਸਾਹਿਬ ਤਾਂ ਸਾਨੂੰ ਮਿਲੇ ਹੀ ਨਹੀਂ ਜੀ, ਅਸੀਂ ਉਹਦੇ ਮਹਿਲ ਤੱਕ ਗਏ ਆ, ਸਾਨੂੰ ਸਮਾਂ ਨਹੀਂ ਦਿੱਤਾ। ਫਾਰਮ ਹਾਊਸ ਵਾਲੇ ਪਾਸੇ ਚੱਕਰ ਮਾਰਨਾ ਸੀ, ਪਤਾ ਨਹੀਂ ਜੀ, ਫਾਰਮ ਹਾਊਸ ਤਾਂ ਕਹਿੰਦੇ ਜੇ ਜਾਓਗੇ ਤਾਂ ਡੰਡੇ ਪੈਣਗੇ, ਤੇ ਅਸੀਂ ਤਾਂ ਉੱਥੇ ਚੌਂਕ 'ਚ ਹੀ ਬਹਿ ਗਏ ਜਾ ਕੇ। ਤੇ ਅਸੀਂ ਪੁੱਛਿਆ ਸੀਗਾ ਪ੍ਰਸ਼ਾਸਨ ਨੂੰ ਵੀ ਜੇ ਕੈਪਟਨ ਸਾਹਿਬ ਕਹਿੰਦੇ ਨਹੀਂ ਪਰ ਹੈ ਨਹੀਂ, ਮੈਂ ਕਿਹਾ ਫਿਰ ਇੰਨੀ ਫੋਰਸ ਕਿਉਂ ਲਾਈ ਹੈ? ਤੇ ਬੜੀ ਪੁਲਿਸ ਲਾਈ ਵੀ ਸੀਗੀ, ਤੇ ਅਸੀਂ ਕਿਹਾ ਚਲੋ ਅਸੀਂ ਪੜ੍ਹੇ ਲਿਖੇ ਕਿਸਾਨ ਆ, ਹੁਣ ਡੰਡੇ ਤਾਂ ਨਹੀਂ ਖਾਂਦੇ, ਤੇ ਅਸੀਂ ਇੱਥੇ ਹੀ ਬਹਿ ਜਾਂਦੇ ਆ ਤੇ ਸਾਡਾ ਪ੍ਰਬੰਧ ਆਪੇ ਕਰੋਗੇ ਰਾਤ ਨੂੰ। ਤੇ ਸਾਡਾ ਜਾ ਕੇ 7:30 ਵਜੇ ਫੈਸਲਾ ਹੋਇਆ। ਫਿਰ ਉਹਨਾਂ ਦੇ OSD ਨਾਲ ਸਾਡੀ ਮੀਟਿੰਗ ਤੈਅ ਹੋਈ,
ਹੁਣ ਜਦੋਂ ਅਸੀਂ OSD ਸਾਹਿਬ ਨੂੰ ਫੋਨ ਲਾਉਂਦੇ ਹਾਂ ਕਹਿੰਦੇ ਕਮੇਟੀ ਗਠਨ ਕਰਤੀ, ਕਮੇਟੀ ਨੂੰ ਫੋਨ ਲਾਉਂਦੇ ਹਾਂ ਉਹ ਕਹਿੰਦੇ ਅਸੀਂ ਕਰ ਰਹੇ ਹਾਂ, ਤੇ ਜਦੋਂ ਅਸੀਂ ਕਰਨ ਲਈ ਜਾਂਦੇ ਹਾਂ ਤੇ ਸਾਨੂੰ ਕਹਿੰਦੇ ਸਾਨੂੰ ਰਾਹ ਦੱਸੋ, ਸਾਨੂੰ ਰਾਹ ਹੀ ਨਹੀਂ ਪਤਾ, ਤੇ ਜਿਨ੍ਹਾਂ ਨੂੰ ਰਾਹ ਹੀ ਨਹੀਂ ਪਤਾ ਤੇ ਸਾਡਾ ਫੈਸਲਾ ਕੀ ਕਰਨਗੇ। ਜਿਹੜੀ ਕਮੇਟੀ ਇਹਨਾਂ ਨੇ ਗਠਨ ਕੀਤੀ ਹੈ, ਕਮੇਟੀ ਬਣਾਈ ਹੈ, ਉਹਦੇ ਵਿੱਚ ਤੁਹਾਡੇ ਮਤਲਬ ਕਿ ਕਿਸਾਨ ਤੁਹਾਡੀ ਜਥੇਬੰਦੀ ਵਿੱਚੋਂ ਕੋਈ ਬੰਦਾ ਨਹੀਂ ਲਿਆ ਇਹਨਾਂ ਨੇ ਕਮੇਟੀ ਵਿੱਚ? ਨਹੀਂ, ਫੈਸਲਾ ਕਰਨ ਲਈ ਨਹੀਂ ਲਿਆ, ਫੈਸਲਾ ਉਹੀ ਕਰਨਗੇ ਹੁਕਮਰਾਨ, ਫੈਸਲਾ ਨਹੀਂ ਅਸੀਂ ਕਰ ਸਕਦੇ। ਸਾਨੂੰ ਕਮੇਟੀ ਦੇ ਵਿੱਚ ਸਿਰਫ ਇੱਕ ਸਾਡੀ ਹਾਜ਼ਰੀ ਲਵਾ ਕੇ ਸਾਡੀਆਂ ਮੰਗਾਂ ਪੁੱਛਣ ਲਈ, ਤੇ ਮੈਂ ਤਾਂ ਹੈਰਾਨ ਹੈ ਕਿ ਉਹਨਾਂ ਨੂੰ ਹਜੇ ਤੱਕ ਸਾਡੀਆਂ ਮੰਗਾਂ ਹੀ ਨਹੀਂ ਪਤਾ ਸਰਕਾਰ ਨੂੰ। ਬੜਾ ਸੁਣ ਕੇ ਕਈ ਵਾਰੀ ਅਟਪਟਾ ਜਿਹਾ ਲੱਗਦਾ ਹੈ ਕਿ ਜਦੋਂ ਇਹ ਬੋਲੇ ਜੇ ਬਣ ਜਾਂਦੇ ਐਡੇ ਪੜ੍ਹੀ ਲਿਖੀ ਲੌਬੀ CID ਇਹਨਾਂ ਦੀ, ਸਾਰੀ ਇਨਫੋਰਮੇਸ਼ਨ ਇਹਨਾਂ ਦੀ, ਤੇ ਸਾਨੂੰ ਐਂ ਬਣ ਜਾਂਦੇ ਜਿਵੇਂ ਸਾਨੂੰ ਪਤਾ ਹੀ ਕੁਛ ਨਹੀਂਗਾ। ਤੇ ਉੱਥੇ ਜਦੋਂ ਅਸੀਂ ਦੇਖਦੇ ਹਾਂ ਵੀ ਫਿਰ ਸਾਨੂੰ ਇਨਸਾਫ ਕੀ ਦੇਣਗੇ ਜਦੋਂ ਇਹਨਾਂ ਨੂੰ ਸਾਡੀਆਂ ਤਕਲੀਫਾਂ ਹੀ ਨਹੀਂ ਪਤਾ, ਤੇ ਫਿਰ ਸਾਨੂੰ ਹੀ ਦੇ ਦੇਣ ਜੱਜਮੈਂਟ ਕਰ ਲਈ, ਅਸੀਂ ਜੱਜਮੈਂਟ ਕਰਕੇ ਤੈਅ ਕਰ ਦਿੰਦੇ ਹਾਂ, ਫਿਰ ਸਾਨੂੰ ਕਮੇਟੀ 'ਚ ਇੰਚਾਰਜ ਲਾਉਣ ਲਾ, ਮੈਨੂੰ ਲਾ ਦੇਣ ਚੇਅਰਮੈਨ, ਤੇ 5 ਮਿੰਟ 'ਚ ਸਾਰਾ ਮਸਲਾ ਸੌਟ ਆਊਟ ਕਰ ਦੂੰਗਾ। 10 ਮਿੰਟ ਨਹੀਂ ਲੱਗਣੇ, 5 ਮਿੰਟ ਦੇ ਵਿੱਚ, ਕਿਉਂਕਿ ਮੈਨੂੰ ਸਾਰੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਪਤਾ ਹੈ। ਜਦੋਂ ਮੈਂ ਕੋਈ ਜ਼ਿਕਰ ਕਰਦਾ ਕਹਿੰਦੇ ਸਾਨੂੰ ਦੱਸ ਦਿਓ ਕਿਹੜੇ ਮਸਲੇ ਤੇ ਪੁੱਛੋਗੇ, ਤੇ ਕਿਤਾਬਾਂ ਫਰੋਲਣ ਲੱਗ ਜਾਂਦੇ ਆ। ਸਾਡੇ ਦਰਦ ਕਿਤਾਬਾਂ 'ਚ ਨਹੀਂ ਹੈਗੇ, ਉਹਨਾਂ ਨੂੰ ਗਰਾਊਂਡ ਤੇ ਸਾਡੇ ਕਿਸਾਨਾਂ ਦੇ ਵਿੱਚ ਆਉਣਾ ਪਊਗਾ, ਜਿਹੜਾ ਕਿ ਇਹਨਾਂ ਕੋਲ ਸਮਾਂ ਹੈ ਨਹੀਂਗਾ। ਤੇ ਜਦੋਂ ਇਹਨਾਂ ਕੋਲ ਸਮਾਂ ਨਹੀਂ ਹੈਗਾ ਤੇ ਸਾਡੇ ਤੇ ਫੈਸਲਾ ਛੱਡਣ, ਅਸੀਂ 10 ਮਿੰਟ 'ਚ ਸਾਰਾ ਫੈਸਲਾ ਕਰ ਦਾਂਗੇ। ਸਾਰੇ ਪੰਜਾਬ ਦੀ ਜ਼ਮੀਨ ਦਾ ਮੈਂ ਰੇਟ ਬੈਠਾ ਦੱਸ ਦੂੰਗਾ ਵੀ ਫਲਾਣੀ ਥਾਂ ਤੇ ਆਹ ਰੇਟ ਆ ਤੇ ਇਹਨੂੰ ਇੰਨਾ ਮੁਆਵਜ਼ਾ ਮਿਲਣਾ ਚਾਹੀਦਾ, ਤੇ ਇਹਨਾਂ ਨੂੰ ਤਾਂ ਪਤਾ ਹੀ ਕੁਛ ਨਹੀਂਗਾ, ਤੇ ਉੱਥੇ ਬਸ ਕਲਮਾ ਚਲਾ ਰਹੇ ਆ ਜੀ, ਹੋਰ ਕੁਛ ਨਹੀਂ। ਜੇ ਕਿਸੇ ਨੇ ਕਮਿਸ਼ਨ ਦੇਤਾ, ਕਿਸੇ ਨੇ 4 ਰੁਪਏ ਦੇਤੇ, ਉਹਦੇ ਹੱਕ 'ਚ ਬੋਲ ਪੈਣਾ, ਤੇ ਉਹਨੂੰ ਕੌਫੀ ਵੀ ਪਿਉਣਗੇ, ਬਿਸਕੁਟ ਵੀ, ਤੇ ਜਿਹੜਾ ਨਹੀਂ ਤੇ ਉਹ ਬਾਹਰ ਧੁੱਪੇ ਖੜਾ ਰਹੇ। ਲੇਕਿਨ ਹੁਣ ਸਰ ਅਗਲੀ ਰਣਨੀਤੀ ਕੀ ਹੈ? ਅਗਲਾ ਤੁਸੀਂ ਕੋਈ ਪ੍ਰੋਗਰਾਮ ਉਲੀਕਿਆ, ਤੁਹਾਡੇ ਵੱਲੋਂ ਉਲੀਕਿਆ ਗਿਆ ਪ੍ਰੋਗਰਾਮ ਤਾਂ ਹੈ ਜੀ, ਅਸੀਂ 5-7 ਦਿਨ ਵੇਟ ਕਰਾਂਗੇ। ਹੁਣ ਜਿਵੇਂ ਸਰਕਾਰ ਵੇਟ ਨਹੀਂ ਨਾ ਕਰ ਰਹੀ, ਇਹ ਸਾਨੂੰ ਮਾਰਨ ਲਈ ਤਿਆਰ ਹੋਈ ਵੀ ਹੈ, ਤੇ ਅਸੀਂ ਫਿਰ ਜਿਹੜਾ YPS ਚੌਂਕ 'ਚ ਇੱਕ ਵਾਰੀ ਤਾਂ ਮੁੜ ਗਏ ਤੇ ਹੁਣ ਵਾਪਸ ਨਹੀਂ ਮੁੜਦੇ। ਜਾਂ ਤਾਂ ਸਾਡੀਆਂ ਲਾਸ਼ਾਂ ਆਉਣਗੀਆਂ ਵਾਪਸ ਦੇ, ਨਹੀਂ ਅਸੀਂ ਉੱਥੇ ਪਰਮਾਨੈਂਟ ਧਰਨਾ ਦੇਵਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ। ਬਹੁਤ ਵੱਡੀ ਚੇਤਾਵਨੀ ਹੈ ਸਰਕਾਰ ਦੇ ਲਈ, ਕਿਉਂਕਿ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਹੀ ਹੈ, ਮਹਿੰਗਾਈ ਵੱਧ ਰਹੀ ਹੈ, ਪਰ ਜਿਹੜਾ 4 ਸਾਲ ਪਹਿਲਾਂ ਜ਼ਮੀਨ ਦਾ 1.5 ਕਰੋੜ ਰੇਟ ਸੀ, ਉਹ ਸਮਝ ਨਹੀਂ ਆਉਂਦਾ 4 ਸਾਲਾਂ ਤੋਂ ਬਾਅਦ 8-9 ਲੱਖ ਤੇ ਕਿਵੇਂ ਆ ਗਿਆ। ਕੀ ਜਿਹੜੇ ਵਿਧਾਇਕ ਨੇ ਉਹਨਾਂ ਨੇ ਵੀ ਆਪਣੀ ਤਨਖਾਹਾਂ ਦੇ ਵਿੱਚ ਕੱਟ ਲਵਾਏ ਨੇ, ਜਾਂ ਫਿਰ ਸਿਰਫ ਇਹ ਜਿਹੜੀ ਲੌਬੀ ਹੈ ਜਾਂ ਜਿਹੜੀਆਂ ਸਰਕਾਰਾਂ ਨੇ, ਚਾਹੇ ਸੂਬਾ ਸਰਕਾਰ ਹੈ ਚਾਹੇ ਕੇਂਦਰ ਦੀ ਸਰਕਾਰ ਹੈ, ਉਹ ਕਿਸਾਨ ਦੀ ਕਮਰ, ਕਿਸਾਨ ਦਾ ਲੱਕ ਤੋੜਨ ਦਾ ਹੀ ਕੰਮ ਕਰ ਰਹੀਆਂ ਨੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।